ਬੀਤੀ ਰਾਤ ਸਬਜ਼ੀ ਮੰਡੀ ਮਲੇਰਕੋਟਲਾ ਵਿੱਚ ਲੋਕਾਂ ਦਾ ਆਇਆ ਹੜ੍ਹ। ਪੁਲਿਸ ਅਤੇ ਲੋਕਾਂ ਵਿੱਚ ਹੋਈ ਬਹਿਸ ਤੇ ਧੱਕਾ ਮੁੱਕੀ। ਪੁਲਿਸ ਤੋਂ ਭੜਕੇ ਲੋਕਾਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ। ਮੌਕੇ ਤੇ ਬੁਲਾਈ ਗਈ ARF ਸਬਜ਼ੀ ਮੰਡੀ ਕੀਤੀ ਗਈ ਸੀਲ। ਆਖਿਰ ਇੰਨੀ ਜ਼ਿਆਦਾ ਭੀੜ ਕਿਵੇਂ ਇਕੱਠੀ ਹੋਈ? ਜ਼ਿਲ੍ਹੇ ਦੀਆਂ ਹੱਦਾਂ ਸੀਲ ਹੋਣ ਦੇ ਬਾਵਜੂਦ ਲੁਧਿਆਣਾ, ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਦੇ ਲੋਕ ਆਖਿਰ ਕਿਵੇਂ ਪਹੁੰਚੇ ਸਬਜ਼ੀ ਮੰਡੀ? ਬਿਨਾਂ ਪਰਮਿਸ਼ਨ ਤੋਂ ਚੱਲ ਰਹੀ ਸੀ ਰਾਤ ਨੂੰ ਸਬਜ਼ੀ ਮੰਡੀ। ਪੁਲਿਸ ਨੇ 188 ਦੇ ਅਧੀਨ ਪਰਚਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ। ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਇੰਨੀ ਭੀੜ ਇਕੱਠੀ ਹੋਣ ਲਈ ਜ਼ਿੰਮੇਵਾਰ ਕੌਣ ਹੈ? ਲੋਕ, ਪੁਲਿਸ ਜਾਂ ਪ੍ਰਸ਼ਾਸਨ? ਮਲੇਰਕੋਟਲਾ ਤੋਂ ਕਿੰਮੀ ਅਰੋੜਾ ਦੀ ਰਿਪੋਰਟ। ਮਲੇਰਕੋਟਲਾ ਦੀ ਮੰਡੀ ਪੁਲਿਸ ਨੇ ਘੇਰ ਲਈ ਰਾਤ ਨੂੰ। ਸਾਰੇ ਮੰਡੀ ਫਸੇ ਹੋਏ ਆ। ਪੁਲਿਸ ਬਹੁਤ ਕੁੱਟੀ ਆ ਮਲੇਰਕੋਟਲੇ ਦੀ ਸਬਜ਼ੀ ਮੰਡੀ ਦੇ ਵਿੱਚ। ਅੱਜ ਕੱਲ ਰਾਤੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਹੋਇਆ, ਕੱਲ ਰਾਤੀ ਇਹ ਸੂਚਨਾ ਮਿਲੀ ਸੀ ਕਿ ਮੰਡੀ ਦੇ ਵਿੱਚ ਲੋਕਾਂ ਨੇ ਰਾਤ ਦੇ ਸਮੇਂ ਜਿਹੜੀ ਹੈ ਸਬਜ਼ੀ ਦੀ ਖਰੀਦ ਫਰੋਖਤ ਜਿਹੜੀ ਹੈ ਭਾਰੀ ਮਾਤਰਾ ਵਿੱਚ ਸ਼ੁਰੂ ਕਰ ਦਿੱਤੀ ਹੈ। ਉਹ ਸਰ ਪਰਮਿਸ਼ਨ ਸੀ ਜੀ? ਹਾਂਜੀ, ਪਰਮਿਸ਼ਨ ਹੈ ਜੀ ਉਹਨਾਂ ਨੂੰ ਰਾਤ ਨੂੰ ਖਰੀਦਣ ਦੀ ਜਾਂ ਨਹੀਂ? ਨਹੀਂ ਜੀ, ਕੋਈ ਪਰਮਿਸ਼ਨ ਹੈ ਨਹੀਂ ਗੀ ਜੀ। ਜਿਹੜੀ ਰਾਤ ਨੂੰ ਮੰਡੀ ਲਗਾਉਣ ਦੀ ਕੋਈ ਪਰਮਿਸ਼ਨ ਨਹੀਂ ਹੈਗੀ। ਠੀਕ ਹੈ ਜੀ, ਸਿਰਫ ਉਹਨਾਂ ਲੋਕਾਂ ਨੂੰ ਪਰਮਿਸ਼ਨ ਹੈਗੀ ਆ ਜਿਹੜੇ ਲੋਕ ਗਲੀਆਂ ਦੇ ਵਿੱਚ ਰੇਹੜੀਆਂ ਦੇ ਉੱਤੇ ਜਾ ਕੇ ਪਬਲਿਕ ਨੂੰ ਸਪਲਾਈ ਕਰ ਸਕਦੇ। ਇਹ ਸਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਈ ਸੀ ਕਿ ਬਾਹਰੋਂ ਕੁਝ ਲੋਕ ਪੂਰੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਮੰਡੀ ਲਗਾਉਣ ਵਾਸਤੇ ਉਰੇ ਆਏ ਹੋਏ ਨੇ। ਉਹਨਾਂ ਨੂੰ ਰੋਕਣ ਵਾਸਤੇ ਜਦੋਂ ਅਸੀਂ ਉੱਥੇ ਗਏ ਹਾਂ, SHO ਸਿਟੀ 1, SHO ਸਿਟੀ 2, ਮੈਂ, ਅਸੀਂ ਸਾਰੇ ਜਣੇ ਜਦੋਂ ਉਹਨਾਂ ਨੂੰ ਪਹਿਲਾਂ ਤਾਂ ਸੋਸ਼ਲ ਡਿਸਟੈਂਸਿੰਗ ਵਾਸਤੇ ਔਰ ਇਹਨਾਂ ਚੀਜ਼ਾਂ ਵਾਸਤੇ ਵੀ ਪ੍ਰੇਰਿਤ ਕੀਤਾ। ਪਰ ਲੋਕ ਜਿਹੜੇ ਨੇ ਉਹ ਥੋੜ੍ਹੇ ਜਿਹੇ ਇਸ ਗੱਲ ਦੇ ਉੱਤੇ ਉਹਨਾਂ ਨੂੰ ਇਹ ਹੈ ਕਿ ਹਰ ਇੱਕ ਬੰਦੇ ਨੂੰ ਇਹ ਜਲਦਬਾਜ਼ੀ ਕਰਦੇ ਨੇ। ਉਸ ਜਲਦਬਾਜ਼ੀ ਕਰਕੇ ਜਦੋਂ ਅਸੀਂ ਉਹਨਾਂ ਨੂੰ ਰੋਕ ਰਹੇ ਸੀ, ਉਹਨਾਂ ਨੇ ਇਤਰਾਜ਼ਬਾਜ਼ੀ ਕਾਫੀ ਕੀਤੀ। ਕੁਝ ਬੰਦਿਆਂ ਨੇ ਉੱਥੇ ਨਾਅਰੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਟੈਕਲ ਕਰ ਲਿਆ। ਪਿਆਰ ਨਾਲ ਟੈਕਲ ਕਰਕੇ, ਪਰ ਕਿਉਂਕਿ ਉਹਨਾਂ ਨੇ ਫਿਰ ਵੀ ਜਿਹੜੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਹਦੇ ਸੰਬੰਧ ਦੇ ਵਿੱਚ FIR ਨੰਬਰ 68 ਜਿਹੜੀ ਹੈ ਇਹ 28/4/2020 ਜਿਹੜੀ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 188 IPC ਐਂਡ ਸੈਕਸ਼ਨ 269 ਆਫ ਦੀ IPC। ਔਰ ਇਸ ਕੇਸ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਜਾਰੀ ਹੈ। ਇਹਦੇ ਵਿੱਚ ਜਿਸ ਤਰ੍ਹਾਂ ਦੇ ਵੀ ਹਾਲਾਤ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਸਾਹਮਣੇ ਆਉਣਗੇ, ਉਹਨਾਂ ਦੇ ਅਕੋਰਡਿੰਗਲੀ ਅੱਗੇ ਪ੍ਰੋਸੀਜਰ ਚਲਾਵਾਂਗੇ। ਮੰਡੀ ਖੁੱਲ੍ਹਣ ਦਾ ਟਾਈਮ ਕੀ ਹੈ? ਸਾਡੇ ਕੋਲ ਮੰਡੀ ਖੁੱਲ੍ਹਣ ਦਾ ਕੋਈ ਟਾਈਮ ਨਹੀਂ ਹੈ ਜੀ। ਸਾਡੇ ਕੋਲੇ ਤਾਂ ਸਿੰਪਲ ਇੰਨਾ ਕਿ ਜਿਹੜੇ ਲੋਕ ਸਬਜ਼ੀ, ਕਿਉਂਕਿ ਜਨਰਲ ਪਬਲਿਕ ਜਿਹੜੀ ਹੈ ਜਿਹੜੀ ਉਹਨਾਂ ਨੂੰ ਘਰ ਦੇ ਵਿੱਚ ਸਪਲਾਈ ਕਰਨ ਵਾਸਤੇ ਜਿਹੜੇ ਸਾਡੇ ਮਲੇਰਕੋਟਲਾ ਦੇ SDM ਸਾਹਿਬ ਨੇ, ਉਹਨਾਂ ਵੱਲੋਂ ਕੁਝ ਪਾਸਿਸ ਜਾਰੀ ਕੀਤੇ ਗਏ ਨੇ, ਬਟ ਉਹ ਹੈ ਹੋਮ ਡਿਲੀਵਰੀ ਵਾਸਤੇ। ਇੱਥੇ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਮੰਡੀ ਲੱਗ ਰਹੀ ਹੈ। ਲੱਗਣ ਦੀ ਕੱਲ੍ਹ ਉਹਨਾਂ ਨੇ ਕੋਸ਼ਿਸ਼ ਕੀਤੀ ਜ਼ਿਆਦਾ, ਅਤੇ ਉੱਥੇ ਜਿੱਥੇ ਕਿ ਸੋਸ਼ਲ ਡਿਸਟੈਂਸਿੰਗ ਔਰ ਇਹੋ ਜਿਹੀਆਂ ਚੀਜ਼ਾਂ ਜੋ ਕਿ ਇਸ ਵੇਲੇ COVID-19 ਕਰੋਨਾ ਵਾਇਰਸ ਦੇ ਸੰਬੰਧੀ ਜਿੰਨੀਆਂ ਵੀ ਪ੍ਰੀਕਾਸ਼ਨਸ ਨੇ ਉਹਨਾਂ ਦੀ ਉਲੰਘਣਾ ਹੋ ਰਹੀ ਸੀ, ਤਾਂ ਕਰਕੇ ਪੁਲਿਸ ਉੱਥੇ ਇਹਨੂੰ ਮੰਡੀ ਨੂੰ ਬੰਦ ਕਰਵਾਉਣ ਗਈ ਸੀ। ਔਰ ਤੁਸੀਂ ਕਹਿ ਰਹੇ ਹੋ ਵੀ ਕੱਲ੍ਹ ਪਤਾ ਲੱਗਿਆ ਸੀਗਾ, ਇਹ ਤਾਂ 22 ਤਰੀਕ ਦਾ ਲੋਕਡਾਊਨ ਆ, 22 ਤਰੀਕ ਦੀ ਸ਼ਾਮ ਨੂੰ ਸਬਜ਼ੀ ਖਰੀਦੋ ਫਰੋਖਤ ਹੁੰਦੀ ਹੈ। ਦੇਖੋ ਜੀ, ਜਿਸ ਦਿਨ ਮੇਰੇ ਧਿਆਨ 'ਚ ਆਇਆ, ਅਸੀਂ ਤਾਂ ਜਿਸ ਦਿਨ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ, ਪਹਿਲਾਂ ਹੋ ਸਕਦਾ ਛੋਟੇ ਪੱਧਰ 'ਤੇ ਕਰਦੇ ਹੋਣ, ਉਹ ਨਹੀਂ ਪਤਾ ਲੱਗਦਾ। ਜਦੋਂ ਕੋਈ ਚੀਜ਼ ਛੋਟੇ ਪੱਧਰ 'ਤੇ ਹੋ ਰਹੀ ਹੁੰਦੀ ਹੈ, ਉਹਦਾ ਵਿਚਾਲੇ ਨਹੀਂ ਵੀ ਪਤਾ ਲੱਗਦਾ, ਬਟ ਜਦੋਂ ਇਹ ਵੱਡੇ ਪੱਧਰ 'ਤੇ ਹੋਈ ਹੈ ਤਾਂ ਫਿਰ DC ਸਾਹਿਬ ਨੇ ਸੀਲ ਕੀਤਾ ਹੋਇਆ ਨਾ ਆਪਣਾ ਜ਼ਿਲ੍ਹੇ ਨੂੰ ਸੀਲ ਕੀਤਾ ਤਾਂ ਕਿ ਕੋਈ ਬੰਦਾ ਬਾਹਰ ਲਾ ਜਾਰਾ ਨਾ ਹੋਵੇ। ਇਹ ਇੰਨੀ ਤਾਦਾਦ ਦੇ ਵਿੱਚ ਲੁਧਿਆਣੇ ਤੋਂ ਟੈਂਪੂ ਜਿਹੜੇ ਐਂਟਰ ਹੋ ਰਹੇ ਨੇ, ਤੇ ਇਹਨਾਂ ਦੇ ਕਿਤੇ ਨਾਕੇ ਦੇ ਕੋਈ ਚੈਕਿੰਗ ਵਗੈਰਾ ਕਰਦਾ ਪਰ ਜਿਹੜੀ ਤੁਹਾਨੂੰ ਮੈਂ ਰਿਕੁਐਸਟ ਇਹੀ ਕਰ ਰਿਹਾ। Now since we have registered the FIR under section 188 CRPC, ਠੀਕ ਹੈ ਨਾ ਜੀ, ਜਿਹੜੀ 188 CRPC ਹੈ ਉਹ ਆਨਰੇਬਲ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ, ਉਹਨਾਂ ਵੱਲੋਂ ਜਿਹੜੇ ਆਰਡਰਸ ਦੀ ਉਲੰਘਣਾ ਹੁੰਦੀਆਂ ਨੇ, ਜਿਹੜੇ ਲੋਕ ਕਰਦੇ ਨੇ, ਉਹਨਾਂ ਦੀਆਂ ਉਲੰਘਣਾ ਦੇ ਕਰਕੇ ਹੀ 188 CRPC IPC ਦੇ ਤਹਿਤ ਪਰਚਾ ਦਰਜ ਕੀਤਾ ਜਾਂਦਾ। ਅਤੇ ਉਹਦੀ ਹੁਣ ਕੇਸ ਦੀ ਇਨਵੈਸਟੀਗੇਸ਼ਨ, ਕਿਉਂਕਿ ਹੁਣ ਰਾਤ ਹੀ ਪਰਚਾ ਦਰਜ ਹੋਇਆ ਜੀ। Now we are about to start our day। ਸਵੇਰੇ ਫਿਰ ਅਸੀਂ ਮਾਰਨਿੰਗ ਜਿਹੜੀ ਆ ਸਾਰੇ ਸ਼ਹਿਰ ਦੀ ਸਾਨੂੰ ਇੱਕ ਵਾਰੀ ਉਹ ਕਰਕੇ ਆਉਣੀ ਪੈਂਦੀ ਹੈ, ਅਤੇ ਉਹ ਕਰਕੇ ਆ ਗਏ ਹਾਂ। Now we are on our job
ਤੇ ਹੁਣ ਕੇਸ ਦੀ ਇਨਵੈਸਟੀਗੇਸ਼ਨ ਕਰਾਂਗੇ। ਮੈਂ ਪਹਿਲਾਂ ਵੀ ਤੁਹਾਨੂੰ ਰਿਕੁਐਸਟ ਕੀਤੀ ਹੈ ਕਿ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਸੋ ਦੇ ਵਿਲ ਡੈਫੀਨਿਟਲੀ ਬੀ ਇਨਕਲੂਡਡ ਇਨ ਦਿਸ। ਸਰ ਜਦੋਂ ਤੁਸੀਂ ਉੱਥੇ ਰੋਕਣ ਦੀ ਕੋਸ਼ਿਸ਼ ਕਰੀ ਉਹਨੂੰ ਕੀ ਆੜਤੀ ਨੇ ਪੁਲਿਸ ਨਾਲ ਹੱਥੋਂ ਪਾਈ ਹੋਈ? ਦੇਖੋ ਜੀ, ਹਰ ਇੱਕ ਬੰਦਾ ਜਿਹੜਾ ਹੈ, ਜਿਸ ਵੇਲੇ ਉਹਨੂੰ ਇੰਜ ਲੱਗਦਾ ਹੈ ਕਿ ਉਹ ਜਾਇਜ਼ ਕਰ ਰਿਹਾ, ਜਿਹੜੇ ਆੜਤ ਕਰਨ ਵਾਲੇ, ਜਿਹੜੇ ਸਬਜ਼ੀ ਕਰਨ ਵਾਲੇ, ਉਹਨਾਂ ਦੇ ਮਨ ਦੇ ਵਿੱਚ ਵੀਡੀਓ ਵਿੱਚ ਦਿਖ ਰਹੀ ਹੈ ਹੱਥੋਂ ਪਾਈ ਹੋ ਰਹੀ ਕੀ ਪੁਲਿਸ ਨਾਲ ਮੈਂ ਉਹੀ ਗੱਲ ਕਹਿ ਰਿਹਾ ਨਾ, ਕੁਝ ਵੀ ਚੀਜ਼ਾਂ ਐਸੀਆਂ ਹੁੰਦੀਆਂ ਨਾ ਜੀ, ਇਹ ਜਦੋਂ ਅਸੀਂ FIR ਦਰਜ ਕੀਤੀ ਹੈ, ਇਹ ਪ੍ਰਾਈਮਾ ਫੇਸਾਈ ਅਸੀਂ FIR ਦਰਜ ਕੀਤੀ ਹੈ। FIR ਦਰਜ ਹੋਣ ਦਾ ਮਤਲਬ ਹੈ ਕਿ ਪ੍ਰਾਈਮਾ ਫੇਸਾਈ ਇੱਕ ਜੁਰਮ ਹੋ ਗਿਆ, ਅਸੀਂ ਉਹਦੀ FIR ਦਰਜ। ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਮੇਰੇ ਕੋਲ ਅਜੇ ਉਹ ਨਹੀਂ ਆਇਆ, ਜੋ ਤੁਸੀਂ ਕਿਸੇ ਸੋਰਸ ਰਾਹੀਂ ਸ਼ੋਅ ਹੁੰਦੇ ਜਾਣਗੇ ਉਹਨੂੰ ਸ਼ਾਮਲ ਕਰਦੇ ਜਾਣਗੇ। ਬਿਲਕੁਲ ਜੀ, ਬਿਲਕੁਲ। ਔਰ ਆਨਰੇਬਲ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਔਰ ਚੀਫ ਮਿਨਿਸਟਰ ਸਾਹਿਬ ਵੱਲੋਂ ਬੜੀਆਂ ਸਖਤ ਹਦਾਇਤਾਂ ਨੇ, ਕਿਉਂਕਿ ਇਸ ਕਰਫਿਊ ਦੀ, ਇਸ ਲਾਕਡਾਊਨ ਦੀ ਹਰ ਸੰਭਵ ਤਰੀਕੇ ਦੇ ਨਾਲ ਜਿਹੜੀ ਇਹ ਪਾਲਣਾ ਕਰਵਾਈ ਜਾਣੀ ਹੈ। ਮਲੇਰਕੋਟਲਾ ਇੱਕ ਬਹੁਤ ਹੀ ਸੈਂਸਿਟਿਵ ਸ਼ਹਿਰ ਹੈ, ਬਹੁਤ ਹੀ ਭੀੜ ਭਾੜ ਵਾਲਾ ਏਰੀਆ ਹੈ, ਬਹੁਤ ਥੋੜ੍ਹੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਲੋਕ ਰਹਿੰਦੇ ਨੇ, ਜਿਸ ਕਰਕੇ ਇਸ ਸ਼ਹਿਰ ਨੂੰ ਸਾਨੂੰ ਬਹੁਤ ਤਰੀਕੇ ਦੇ ਨਾਲ ਇਹਨੂੰ ਕਵਰ ਕਰਨਾ ਪੈ ਰਿਹਾ। ਤੁਸੀਂ ਦੇਖਦੇ ਹੋਵੋਗੇ, ਮੈਂ ਤੇ ਅਸੀਂ ਆਪਾਂ ਤਕਰੀਬਨ ਸੜਕਾਂ ਦੇ ਉੱਤੇ ਤੁਸੀਂ ਸਾਨੂੰ ਦੇਖਦੇ ਹੋ, ਅਸੀਂ ਤੁਹਾਨੂੰ ਦੇਖਦੇ ਹਾਂ ਕਿ ਅਸੀਂ ਆਪਣੀ ਪੂਰੀ ਜਾਨ ਲਾਈ ਹੋਈ ਹੈ। ਔਰ ਅੱਜ ਵੀ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਹੈ ਕਿ ਇਹ ਸਾਨੂੰ ਇੰਜ ਲੱਗਦਾ ਹੈ, ਸਾਡੀ ਮਲੇਰਕੋਟਲਾ ਦੇ ਵਿੱਚ ਸਾਡੇ SP ਸਾਹਿਬ ਬਰਾੜ ਸਾਹਿਬ ਨੇ, ਮੈਂ ਬਤੌਰ DSP ਤੇ ਮਾਨਯੋਗ ਸਾਡੇ SSP ਸਾਹਿਬ ਸੰਦੀਪ ਗਰਗ ਜੀ, ਉਹਨਾਂ ਦੀਆਂ ਹਰ ਮਤਲਬ ਇੱਕ ਮਿੰਟ ਦੇ ਉੱਤੇ ਸਾਡੇ ਨਾਲ ਰਾਬਤਾ ਰਹਿੰਦਾ। ਉਹਨਾਂ ਨੂੰ ਇਹੀ ਫਿਕਰ ਹੁੰਦਾ ਕਿ ਇਸ ਸ਼ਹਿਰ ਦੇ ਅੰਦਰ ਕਿਸੇ ਵੀ ਹਾਲਤ ਵਿੱਚ ਇੱਕ ਵੀ ਮਰੀਜ਼ ਪੋਜ਼ਿਟਿਵ ਨਹੀਂ ਆਉਣਾ ਚਾਹੀਦਾ। ਤੁਸੀਂ ਜਿੰਨੀ ਵੀ ਤਰੀਕੇ ਦੇ ਨਾਲ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ, ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਵਿੱਚ ਵਿਚਾਲੇ ਦਾ ਰਸਤਾ ਕੱਢਦੇ ਹੋਏ, ਜਿਹਦੇ ਨਾਲ ਕਿ ਲੋਕਾਂ ਨੂੰ ਲੋੜਾਂ ਵੀ ਉਹਨਾਂ ਦੀਆਂ ਥੋੜ੍ਹੀਆਂ ਬਹੁਤ ਪੂਰੀਆਂ ਹੁੰਦੀਆਂ ਰਹਿਣ, ਲਗਜ਼ਰੀਜ਼ ਚਾਹੇ ਨਾ ਵੀ ਹੋ ਸਕਣ, ਲੋੜਾਂ ਜ਼ਰੂਰ ਪੂਰੀਆਂ ਹੁੰਦੀਆਂ ਰਹਿਣ, ਪਰੰਤੂ ਐਟ ਦੀ ਸੇਮ ਟਾਈਮ ਜਿਹੜਾ ਹੈਗਾ ਕਰਫਿਊ ਦੀ ਤੇ ਲਾਕਡਾਊਨ ਦੀ ਪਾਲਣਾ ਹਰ ਸੰਭਵ ਤਰੀਕੇ ਨਾਲ ਕਰਵਾਈ ਜਾਵੇ। ਔਰ ਮੈਨੂੰ ਇੰਜ ਲੱਗ ਰਿਹਾ ਕਿ ਉਸ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਸਾਨੂੰ ਤੇ ਥਕਾਵਟ ਵੀ ਨਹੀਂ ਹੋਣੀ, ਕਿਉਂਕਿ ਅਸੀਂ ਨੇਕ ਰਾਹ ਦੇ ਉੱਤੇ ਕੰਮ ਕਰ ਰਹੇ ਹਾਂ। ਉਸ ਪਰਮਾਤਮਾ ਵੱਲੋਂ ਸਾਨੂੰ ਤਾਕਤ ਹੀ ਇੰਨੀ ਮਿਲ ਰਹੀ ਹੈ ਔਰ ਸਾਰੇ ਸ਼ਹਿਰ ਵਾਸੀਆਂ ਦਾ ਸਾਨੂੰ ਸਾਥ ਮਿਲ ਰਿਹਾ। ਖਾਸ ਕਰਕੇ ਜਦੋਂ ਤੋਂ ਰਮਜ਼ਾਨ ਦੇ ਪਵਿੱਤਰ ਜਿਹੜਾ ਮਹੀਨਾ ਸ਼ੁਰੂਆਤ ਹੋਈ ਹੈ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਮੁਸਲਿਮ ਵੀਰਾਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਵਿੱਚ, ਜਿਹੜਾ ਕਿ ਹੁਣ ਅੱਜ ਮੇਰੇ ਖਿਆਲ ਤੀਸਰਾ ਜਾਂ ਚੌਥਾ ਰੋਜ਼ਾ ਚੱਲ ਰਿਹਾ ਹੈ, ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਦਿਲੋਂ ਮੁਬਾਰਕ ਹੈ। ਪੂਰੀ ਪੰਜਾਬ ਪੁਲਿਸ ਵੱਲੋਂ, ਮਲੇਰਕੋਟਲਾ ਪੁਲਿਸ ਵੱਲੋਂ। ਪਰਮਾਤਮਾ ਕਰੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਔਰ ਇਹ ਜਿਹੜਾ ਪਵਿੱਤਰ ਮਹੀਨਾ, ਇਹਦੇ ਵਿੱਚ ਬਹੁਤ ਹੀ ਅਮਨ ਔਰ ਸ਼ਾਂਤੀ ਦੇ ਨਾਲ ਇਹ ਜਿਹੜਾ ਸਮਾਂ, ਜਿਹੜਾ ਔਖਾ ਸਮਾਂ ਸਾਡੇ ਉੱਤੇ ਨਿਕਲ ਰਿਹਾ। ਔਰ ਇਹ ਮੈਨੂੰ ਇੰਜ ਲੱਗ ਰਿਹਾ, ਮੈਂ ਇਹ ਵੀ ਗੱਲ ਮੰਨਦਾ ਕਿ ਇਸ ਮਲੇਰਕੋਟਲਾ ਸ਼ਹਿਰ ਦੇ ਵਿੱਚ ਆਉਣ ਤੋਂ ਬਾਅਦ ਸਾਨੂੰ ਇਹ ਚੀਜ਼ ਮਹਿਸੂਸ ਹੋਈ ਹੈ ਕਿ ਇਸ ਸ਼ਹਿਰ ਦੇ ਉੱਤੇ ਉੱਪਰ ਵਾਲੇ ਦੀ ਵਿਸ਼ੇਸ਼ ਕਿਰਪਾ ਹੈ। ਇਹ ਗੱਲ ਤੁਸੀਂ, ਮੈਂ ਕੁਝ ਸ਼ਬਦ ਜੋ ਮੈਂ ਸਮਝ ਪਾਇਆ ਹੁਣ ਤੱਕ, ਮੈਨੂੰ ਇੰਜ ਲੱਗਦਾ ਕਿ ਵਾਕਈ ਇਸ ਸ਼ਹਿਰ ਦੇ ਉੱਤੇ ਉੱਪਰ ਵਾਲੇ ਦੀ ਵਿਸ਼ੇਸ਼ ਕਿਰਪਾ ਹੈ। ਤੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਣੇ ਮਾਧਿਅਮ ਰਾਹੀਂ ਜਿਹੜੇ ਸ਼ਹਿਰ ਵਾਸੀਆਂ ਨੇ ਅਪੀਲ ਕਰੋ ਕਿ ਸਾਨੂੰ ਜਿੰਨਾ ਵੱਧ ਤੋਂ ਵੱਧ ਉਹ ਸਹਿਯੋਗ ਦੇਣਗੇ, ਅਸੀਂ ਉਹਨਾਂ ਦੀ ਸੇਵਾ ਉਸ ਤੋਂ ਵੀ ਵੱਧ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਤੁਸੀਂ ਕਿਹਾ ਗਿਆ ਹੋਣਾ ਹੈ ਕਿ ਅਸੀਂ ਲੋਕਾਂ ਦੀ ਸਹੂਲਤਾਂ ਦੇਖਦੇ, ਲੋਕਾਂ ਦੀ ਜ਼ਰੂਰਤਾਂ ਦੇਖਦੇ ਥੋੜ੍ਹਾ ਥੋੜ੍ਹਾ ਵਕਤ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਕਿਸੇ ਦੀ ਦਿੱਕਤ ਨਾ ਹੋਵੇ। ਤੇ ਜਿਹੜੀ ਕਰਿਆਨੇ ਦੀ ਦੁਕਾਨਾਂ, ਇਹਨਾਂ ਵਾਸਤੇ ਕੋਈ ਸ਼ੈਡਿਊਲ ਕੋਈ ਬਣਾਉਣ ਦੀ ਕੋਈ ਸੁਝਾਅ ਕਿ ਨਹੀਂ ਹੈ ਵੀ ਕਿ ਕਰਿਆਨੇ ਦੀ ਦੁਕਾਨਾਂ ਥੋਕ ਸਹੀ ਟਾਈਮ ਖੁੱਲ੍ਹਣ ਜਾਂ ਉਹਦੇ ਬਾਰੇ ਪਹਿਲੇ ਮੀਟਿੰਗਸ ਹੋਈਆਂ ਨੇ, ਕਿਉਂਕਿ ਦੇਖੋ ਜੀ ਇਹਦੇ ਵਿੱਚ ਇਹ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਵੀ ਰਾਸ਼ਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਹੁਣ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ, NGOs ਨੇ ਜਿਹੜੀਆਂ, ਉਹ ਰਾਸ਼ਨ ਦੇਣ ਵਾਸਤੇ ਤਾਂ ਤਤਪਰ ਤਿਆਰ ਨੇ, ਪਰੰਤੂ ਰਾਸ਼ਨ ਦੀ ਦੁਕਾਨ ਤੋਂ ਹੀ ਮਿਲਦਾ ਹੈ। ਇਸ ਕਰਕੇ ਅਸੀਂ ਉਹਦੇ ਵਿੱਚ ਵਿਚਾਲੇ ਦੇ ਕੁਝ ਸਾਧਨ ਕੱਢੇ ਨੇ ਕਿ ਉਹ
ਉਹਨਾਂ ਨੂੰ ਕੁਝ ਕਿਟਸ ਵਗੈਰਾ, ਕੁਝ ਜਿਸ ਤਰ੍ਹਾਂ ਸਰਕਾਰ ਵੱਲੋਂ ਆਉਂਦੀਆਂ ਨੇ, ਪੰਜਾਬ ਸਰਕਾਰ ਵੀ ਕਿਟਸ ਦੇ ਰਹੀ ਹੈ, ਕੁਝ ਸਮਾਜ ਸੇਵੀ ਸੰਸਥਾਵਾਂ ਵੀ ਦੇ ਰਹੀਆਂ ਨੇ, ਕੁਝ ਲੋਕ ਸਾਡੇ ਨਾਲ ਵੀ ਸਹਿਯੋਗ ਕਰ ਰਹੇ ਨੇ, ਕਿਉਂਕਿ ਸਾਡੀ ਹਰ ਦੂਰ ਦੂਰ ਦੇ ਕੋਨੇ-ਕੋਨੇ ਤੱਕ ਪਹੁੰਚ ਹੁੰਦੀ ਆ